ਵੱਡਾ ਜੱਜ ਬਣਨਾ ਚਾਹੁੰਦੀ ਹਾਂ। ਮੈਨੂੰ ਪੜ੍ਹਾਈ ਕਰਨ ਦਾ ਬੜਾ ਹੀ ਸ਼ੌਂਕ ਹੈ। ਮੇਰੇ ਪਾਪਾ ਜੀ ਬਹੁਤ ਗਰੀਬ ਨੇ, ਇਸ ਕਰਕੇ ਮੇਰੀ ਫੀਸ ਨਹੀਂ ਭਰ ਸਕਦੇ। ਰਾਤ ਨੂੰ ਲਾਈਟ ਨਹੀਂ ਹੁੰਦੀ, ਮੱਛਰ ਬੜਾ ਖਾਂਦਾ ਹੈ, ਅਸੀਂ ਮਸੇ ਸੌਂਏਗਾ। ना घर ਵਿੱਚ ਲਾਈਟ ਹੈ, ਕਿਉਂ ਪੜ੍ਹਾਈ ਕਰਦੇ? ਅਸੀਂ ਮੋਮਬੱਤੀ ਲਗਾ ਕੇ ਪੜ੍ਹਾਈ ਕਰ ਲਈ ਹੈ, ਨਾ ਲਾਈਟ ਨਹੀਂ ਹੈਗੀ ਇੱਥੇ। ਅਸੀਂ ਇਸ ਵਕਤ ਫਿਰੋਜ਼ਪੁਰ ਹਿੰਦੁਸਤਾਨ ਪਾਕਿਸਤਾਨ ਬਾਰਡਰ ਦੇ ਮਹਿਜ ਕੁਛ ਹੀ ਦੂਰੀ ਤੇ ਖੜੇ ਹਾਂ, ਪਿੰਡ ਬਾਰੇਕੇ। ਸਾਡੀ ਜ਼ਿੰਦਗੀ ਵੀ ਜੋ ਹੈ ਇੱਕ ਰੇਲਵੇ ਟਰੈਕ ਦੀ ਤਰ੍ਹਾਂ ਹੁੰਦੀ ਹੈ, ਜੇਕਰ ਸਹੀ ਚੱਲੇ ਤਾਂ ਸਹੀ ਚੱਲੇ, ਜੇਕਰ ਕੱਟ ਲੱਗ ਜੇ ਤਾਂ ਪੱਕਾ ਹੀ ਕੱਟ ਲੱਗ ਜਾਂਦਾ ਹੈ। ਕਿਉਂਕਿ ਇਹ ਜੋ ਰੇਲਵੇ ਟਰੈਕ ਤੁਸੀਂ ਦੇਖ ਰਹੇ ਹੋ ਜਿੱਥੇ ਅਸੀਂ ਖੜੇ ਹਾਂ, ਮਹਿਜ ਕੁਛ ਹੀ ਦੂਰੀ ਤੇ ਜਾ ਕੇ ਕੱਟ ਹੋ ਜਾਂਦੀ ਹੈ। ਕਿਸੇ ਸਮੇਂ ਵਿੱਚ ਇਹ ਰੇਲਵੇ ਟਰੈਕ ਹਿੰਦੁਸਤਾਨ ਪਾਕਿਸਤਾਨ ਨੂੰ ਜੋੜਦੀ ਸੀਗੀ। ਅਸੀਂ ਤੁਹਾਨੂੰ ਅੱਜ ਇੱਕ ਇਹੋ ਜਿਹੀ ਕਹਾਣੀ ਦਿਖਾ ਰਹੇ ਹਾਂ, ਸੱਚੀ ਕਹਾਣੀ, ਜਿਸ ਨੂੰ ਦੇਖ ਕੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਦੋ ਧੀਆਂ ਹੋਣ, ਸਿਰ ਤੇ ਮਾਤਾ ਦਾ ਸਾਇਆ ਨਾ ਹੋਏ, ਪਿਤਾ ਗਰੀਬੀ ਵਿੱਚ ਉਹਨਾਂ ਦਾ ਪਾਲਣ ਪੋਸ਼ਣ ਲਈ ਮਜਬੂਰ ਹੋਵੇ, ਪਰ ਸਰਕਾਰਾਂ ਦੇ तमाम ਦਾਅਵੇ ਅਤੇ ਵਾਅਦੇ ਸਿਰਫ ਹਵਾ ਵਿੱਚ ਹੀ ਦਿਖਾਈ ਦੇਣ, ਕਿਉਂਕਿ ਨਾ ਤਾਂ ਸਿਰ ਤੇ ਛੱਤ ਹੋਵੇ ਅਤੇ ਨਾ ਹੀ ਖਾਣ ਨੂੰ ਰੋਟੀ ਅਤੇ ਨਾ ਹੀ ਪੜ੍ਹਾਈ ਕਰਨ ਨੂੰ ਰਾਤ ਨੂੰ ਲਾਈਟ ਨਸੀਬ ਹੋਵੇ। ਇਸ ਐਸੇ ਪਰਿਵਾਰ ਦੀ ਦੁਰਦਸ਼ਾ ਦਿਖਾਉਂਦਾ ਰਹੇ ਹਾਂ, ਜਿਸ ਵਿੱਚ ਦੋ ਬੇਟੀਆਂ ਨੇ, ਸਿਰ ਤੇ ਮਾਤਾ ਦਾ ਸਾਇਆ ਨਹੀਂ ਹੈ, ਪਿਤਾ ਜੋ ਹੈ ਬੇਹੱਦ ਗਰੀਬ ਹੈ ਅਤੇ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੀ ਬੱਚੀਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਘਰ ਦੇ ਹਾਲਾਤ ਤੁਸੀਂ ਵੇਖ ਸਕਦੇ ਹੋ, ਕੱਚਾ ਘਰ ਹੈ। ਅੰਦਰ ਦੀ ਗੱਲ ਕਰੀਏ ਤਾਂ ਛੱਤ ਜੋ ਹੈ ਉਹ ਵੀ, ਜਿਸ ਨੂੰ ਕਿਹਾ ਜਾਂਦਾ ਹੈ ਕਿ ਕਾਨਿਆਂ ਵਾਲੀ ਛੱਤ, ਉਹ ਛੱਤ ਅੰਦਰ ਇਹਦੇ ਮੌਜੂਦ ਹੈ, ਜੋ ਕਿ ਕਿਸੇ ਵੀ ਵੇਲੇ ਬਾਰਿਸ਼ ਦੇ ਵਿੱਚ ਡਿੱਗ ਸਕਦੀ ਹੈ। ਸਰਕਾਰ ਦਾਅਵੇ ਕਰਦੀ ਹੈ, ਆਵਾਸ ਯੋਜਨਾ ਦੇ ਦਾਅਵੇ ਕਰਦੀ ਹੈ ਕਿ ਆਵਾਸ ਯੋਜਨਾ ਸ਼ੁਰੂ ਕੀਤੀ ਗਈ ਹੈ, तमाम ਰੋਜ਼ਗਾਰਾਂ ਦੀ ਗੱਲ ਕਰਦੀ ਹੈ ਕਿ ਰੋਜ਼ਗਾਰ ਦਿੱਤੇ ਜਾਂਦੇ ਨੇ, ਪਰ ਇਹ ਤਸਵੀਰਾਂ ਜੋ ਨੇ ਸਰਕਾਰ ਦੀਆਂ ਸਾਰੀਆਂ तमाम ਜੋ ਦਾਅਵੇ ਨੇ ਉਹਨਾਂ ਦੀਆਂ ਪੋਲ ਖੋਲ੍ਹਦੀਆਂ ਨਜ਼ਰ ਆਉਂਦੀਆਂ ਨੇ। ਘਰ ਵਿੱਚ ਪੱਖਾ ਮੌਜੂਦ ਹੋਊਗਾ ਪਰ ਲਾਈਟ ਨਹੀਂ ਹੈ, ਜੇਕਰ ਬਲਬ ਮੌਜੂਦ ਹੋਊਗਾ ਤਾਂ ਉਹ ਵੀ ਬਿਨਾਂ ਜਗਦਾ ਹੋਇਆ, ਕਿਉਂਕਿ ਲਾਈਟ ਇੱਥੇ ਕਿਤੇ ਵੀ ਦਿਖਾਈ ਨਹੀਂ ਦੇ ਰਹੀ। ਗਰੀਬੀ ਕਰਕੇ ਬਿੱਲ ਇਹਨਾਂ ਦਾ ਜੋ ਆਇਆ ਸੀ ਉਸ ਦੇ ਕਰਕੇ ਮੀਟਰ ਕਰ ਦਿੱਤਾ ਗਿਆ। ਪਰਿਵਾਰ ਅੱਜ ਜੋ ਹੈ ਬੇਹੱਦ ਮਜਬੂਰ ਹੈ ਅਤੇ ਸਰਕਾਰ ਅੱਗੇ ਦੁਹਾਈ ਲਗਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਗੱਲ ਸੁਣੀ ਜਾਵੇ। ਤੁਹਾਨੂੰ ਇਹ ਪਰਿਵਾਰ ਦਿਖਾ ਦਿੰਦੇ ਹਾਂ। ਸਭ ਤੋਂ ਪਹਿਲੇ ਤਸਵੀਰਾਂ ਪਰਿਵਾਰ ਦੀਆਂ ਤੁਹਾਡੇ ਨਾਲ ਦਿਖਾ ਦਿੰਦੇ ਅਸੀਂ। ਇਹ ਸਾਗਰ ਜੀ ਨੇ। ਸਾਗਰ ਜੀ, ਕੰਮ ਕੀ ਕਰਦੇ ਹੋ ਤੁਸੀਂ? ਦਿਹਾੜੀ ਮਿਹਨਤ ਜੀ। ਜਾਣਨਾ ਚਾਹੋਗੇ ਇੱਥੇ ਕਿਸ ਤਰੀਕੇ ਨਾਲ ਰਹਿਣ ਵਾਲੇ ਕਿੱਥੋਂ ਦੇ ਹੋ ਤੇ ਇਸ ਵਕਤ ਇੱਥੇ ਕਿੰਨੇ ਸਮੇਂ ਤੋਂ ਰਹਿ ਰਹੇ ਹੋ? ਇਸ ਸਮੇਂ ਦੇ ਜੀ ਬਸ ਆਪਦੇ ਆਸਰੇ ਮਾੜਾ ਮੋਟਾ ਰਹਿ ਰਹੇ ਹਾਂ ਜੀ। ਨਾ ਕੋਈ ਬਾਂਹ ਫੜਦਾ ਸਰਪੰਚ, ਨਾ ਸਰਕਾਰਾਂ ਫੜਦੀਆਂ ਨੇ। ਸਰਕਾਰਾਂ ਵੀ ਕਹਿੰਦੀਆਂ ਨੇ, ਬਹੁਤ ਬਹੁਤ ਲੰਮੇ ਦਾਅਵੇ ਦੇ ਦਿੰਦੀਆਂ ਨੇ ਵੀ ਅਸੀਂ ਆਹ ਕੁਛ ਕਰ ਦਿਆਂਗੇ, ਆਹ ਬਣਾ ਦਿਆਂਗੇ, ਤੁਹਾਡਾ ਘਰ ਸਵਾਰ ਦਿਆਂਗੇ। ਅਜੇ ਤੱਕ ਕੁਛ ਵੀ ਨਹੀਂ ਹੋਇਆ। ਰੋਟੀ ਖਾਣ ਤੋਂ ਵੀ ਮਜਬੂਰ ਹੋ ਗਏ ਹਾਂ ਵੀ ਜਿਹੜਾ ਅਸੀਂ ਆਪਦਾ ਘਰ ਵੀ ਸਵਾਰ ਲਈਏ। ਸਰਕਾਰਾਂ ਦੇ ਬਹੁਤ ਦਾਅਵੇ ਝੂਠੇ ਹੀ ਸੀ, ਕੋਈ ਬਾਂਹ ਨਹੀਂ ਫੜੀ ਕਿਸੇ ਨੇ ਵੀ ਅਜੇ ਤੱਕ। ਹੁਣ ਤੁਸੀਂ ਇੱਥੇ ਰਹਿ ਰਹੇ ਹੋ, ਕਿਵੇਂ ਪਾਲਣ ਪੋਸ਼ਣ ਕਿਵੇਂ ਕਰ ਰਹੇ? ਬੱਚੇ ਵੱਡੇ ਹੋ ਰਹੇ, ਕੱਲ੍ਹ ਨੂੰ ਵਿਆਹ ਕਰਨਾ ਹੈ, ਕਿਸ ਤਰੀਕੇ ਨਾਲ ਸਾਰਾ ਕੁਝ ਕਰੋਗੇ? ਬਸ ਜੀ ਇਵੇਂ ਹੀ ਹੈ ਜੀ। ਸਹਾਇਤਾ ਸਰਕਾਰ ਦੇ ਤਾਂ ਬਹੁਤ ਮਿਹਰਬਾਨੀ ਹੈ ਜੀ, ਤਾਂ ਮਾੜੇ ਚੰਗੇ ਤਾਂ ਕਰਨਾ ਹੀ ਪੈਣਾ ਜੀ। ਕਿਵੇਂ ਤਰ੍ਹਾਂ ਹੀ ਕਰਨਾ ਪੈਣਾ। ਰੋਟੀ ਪਾਣੀ ਦਾ ਵੀ ਗੁਜ਼ਾਰਾ ਨਹੀਂ ਹੈਗਾ ਵੀ ਜਿਹੜਾ ਮੈਂ ਬੱਚਿਆਂ ਨੂੰ ਅੱਜ ਤੱਕ ਕੋਈ ਸਹੂਲਤ ਵੀ ਦੇ ਸਕਾਂ ਜਾਂ ਮੈਂ ਘਰੋਂ ਉਠਾ ਸਕਾਂ ਇਹਨਾਂ ਨੂੰ। ਇੰਨੀ ਗਰੀਬੀ ਦੇ ਵਿੱਚ ਬੱਚੇ ਬਹੁਤ ਪਾਲਣੇ ਔਖੇ ਹੋ ਚੱਲੇ ਨੇ। ਮਿਹਨਤ ਮਜ਼ਦੂਰੀ ਹੈ ਨਹੀਂ। ਇੱਕ ਦਿਨ ਲੱਗਦੀ ਹੈ, 4 ਦਿਨ ਵਿਹਲੇ ਬੈਠੇ ਰਹਿੰਦੇ ਆ, ਇੱਧਰ ਉੱਧਰ ਘਰ ਨੂੰ ਵੇਖਦੇ ਆ ਵੀ ਕਿਹਦੇ ਘਰੋਂ ਲਿਆਵਾਂਗੇ, ਕਿਹਦੇ ਘਰੋਂ ਖਾਵਾਂਗੇ, ਕੀ ਕਰਾਂਗੇ, ਕਿਹੜੀ ਸਰਕਾਰ ਤੋਂ ਮੰਗੀਏ। ਕੋਈ ਸਰਕਾਰ ਵੀ ਨਹੀਂ ਹੈਗੀ ਲਾਗੇ ਜਿਹੜੀ ਵੀ ਸਾਨੂੰ ਭੱਜ ਕੇ ਆਖੇਗੀ ਆ ਲਓ ਜੀ ਆਟਾ ਲੈ ਲਓ, ਆ ਦਾਣੇ ਪਿਆ ਜੀ ਖਾ ਲਓ, ਆ ਕਮਰਾ ਪਾ ਦਿੰਦੇ, ਨਲਕਾ ਲਵਾ ਦਿੰਦੇ, ਕੁਛ ਵੀ ਤੁਹਾਡੀ ਲਾਈਟ ਵੀ ਲਵਾ ਦਿੰਦੇ। ਬਹੁਤ ਮਜਬੂਰ, ਮੱਛਰ ਖਾ ਖਾ ਦੇ ਐਡੇ ਐਡੇ ਤਰਫੜ ਹੋਏ ਪਏ ਆ। ਕੁਛ ਹੀ ਨਹੀਂ, ਸਾਡੀ ਕਿਸੇ ਨੇ ਨਹੀਂ ਬਾਤ ਅੱਜ ਤੱਕ ਸੁਣੀ ਆ
ਵੀ ਕੀ ਕਰਨਾ। ਕੀ ਸੋਚਿਆ ਹੁਣ, ਕਿਉਂਕਿ ਜ਼ਿੰਦਗੀ ਹੈਗੀ ਹੈ, ਬੱਚੇ ਹੈਗੇ ਆ, ਅੱਗੇ ਇਹਨਾਂ ਦਾ ਵੀ ਦੇਖਣਾ ਹੈ, ਕੀ ਸੋਚਿਆ ਹੁਣ, ਕਿਵੇਂ ਕਰੋਗੇ ਸਾਰਾ ਕੁਝ? ਜੇ ਸਰਕਾਰ ਸੋਚੇਗੀ ਤਾਂ ਫਿਰ ਬੱਚਿਆਂ ਬਾਰੇ ਸੋਚੇਗਾ, ਨਹੀਂ ਤਾਂ ਮੌਤ ਹੀ ਅਸੀਂ ਤਾਂ ਲੈਣੀ ਹੈ। ਬੱਚੇ ਵੀ ਕਹਿੰਦੇ ਨੇ ਮੌਤ, ਤੇ ਮੈਂ ਵੀ ਮੌਤ ਕਹਿੰਦਾ, ਬੱਚਿਆਂ ਨੂੰ ਵੀ ਅਸੀਂ ਤਾਂ ਮੌਤ ਹੀ ਲੈਣੀ ਫਿਰ। ਜੇ ਸਾਡੀ ਕਿਸੇ ਨੇ ਬਾਂਹ ਨਹੀਂ ਫੜਨੀ, ਸਾਡਾ ਜੀਣ ਦਾ ਹੱਕ ਹੈ ਹੀ ਨਹੀਂ ਇੱਥੇ ਫਿਰ। ਸਰਕਾਰ ਕਹਿੰਦੀ ਹੈ ਬਾਹਰ ਘੁੰਮਣ ਨਹੀਂ ਜਾਣਾ ਹੈ, ਬੱਚੇ ਬਾਹਰ ਟਾਇਲਟ ਦਾ ਇਸਤੇਮਾਲ ਕਿਸ ਤਰੀਕੇ ਨਾਲ ਕਰਦੇ ਨੇ? ਕਿਉਂਕਿ ਅਸੀਂ ਵੇਖ ਰਹੇ ਸੀ ਕਿ ਤਸਵੀਰਾਂ ਵਿੱਚ ਕਿ ਤੁਹਾਡੇ ਘਰ ਵਿੱਚ ਟਾਇਲਟ ਤੱਕ ਵੀ ਨਹੀਂ ਬਣਿਆ ਹੋਇਆ। ਨਹੀਂ ਬਣਿਆ ਜੀ, ਕੁਛ ਵੀ ਨਹੀਂ ਬਣਿਆ ਜੀ। ਬੱਚੇ ਤਾਂ ਬਸ ਇੱਥੇ ਮਾੜੇ ਮੋਟੇ ਘਰੇ ਗੁਜ਼ਾਰਾ ਕਰ ਲੈਂਦੇ ਜੀ, ਬਾਹਰ ਦਾ ਤੁਰਨ ਦਾ ਐਲਾਨ ਹੀ ਨਹੀਂ ਦਿੱਤਾ ਵੀ ਤੁਰਨਾ ਕਣੀ। ਤੇ ਗਰੀਬੀ ਤਾਵੇ 'ਚ ਬਸ ਘਰੇ ਬੱਚੀਆਂ ਵਿਚਾਰੀਆਂ ਆਪਦਾ ਵਕਤ ਗੁਜ਼ਾਰ ਰਹੀਆਂ ਨੇ, ਜੋ 2 ਮਿੰਟ ਦਾ ਪਲ ਹੁੰਦਾ ਹੈ। ਬਾਕੀ ਕੋਈ ਵਕਤ ਗੁਜ਼ਾਰ ਲੈਂਦੀਆਂ ਨੇ ਮੇਰੇ ਨਾਲ ਪਾਪਾ ਜੀ, ਡੈਡੀ ਜੀ। ਉਹ ਕਿਵੇਂ ਗੁਜ਼ਾਰਾ ਹੋਵੇਗਾ ਆਪਣਾ? ਸਰਕਾਰਾਂ ਤੋਂ ਮੰਗ ਮੰਗੀਏ, ਤੇ ਮੈਂ ਕਿਹਾ ਪੁੱਤੂ ਇਹ ਮੰਗਣ ਦਾ ਕੋਈ ਫਾਇਦਾ ਨਹੀਂ। ਮੰਗ ਤਾਂ ਆਪਾਂ ਨੂੰ ਅੱਗੇ ਵੀ ਨਹੀਂ ਉਹਨਾਂ ਦਿੱਤੀ, ਆਪਾਂ ਮੰਗੀ ਸੀ, ਅਜੇ ਤੱਕ ਵੀ ਨਹੀਂ ਸਾਨੂੰ ਉਹਨਾਂ ਸਾਡੀ ਬਾਂਹ ਫੜੀ। ਵੀ ਵੇਲਾ ਕੱਚਾ ਮਕਾਨ ਹੈ, ਛੱਤ ਕਦੋਂ ਵੀ ਆ ਸਕਦੀ ਆ, ਬੱਦਲ ਵਾਹੀ ਹੋਈ ਹੈ, ਕਦੋਂ ਵੀ ਮੀਂਹ ਪੈ ਗਿਆ, ਸਾਡੀ ਜ਼ਿੰਦਗੀ ਦੀ ਮੌਤ ਹੀ ਹੈਗੀ। ਬੇਟਾ ਕਿੰਨਵੀਂ ਕਲਾਸ 'ਚ ਪੜ੍ਹਦੇ ਹੋ? ਸੁਪਨਾ ਕੀ ਹੈ? ਸਕੂਲ ਕਿੰਨੀ ਕੁ ਦੂਰ ਹੈ? ਕਿੱਥੇ ਕੁ ਜਾਂਦੇ ਹੋ ਪੜ੍ਹਨ? ਸਾਡਾ ਸਕੂਲ ਇੱਧਰ ਵੱਡੇ ਬਾਰੇ ਕੇ ਦੂਰ ਤੱਕ ਹੈਗਾ। ਮੈਂ 6ਵੀਂ ਕਲਾਸ ਵਿੱਚ ਪੜ੍ਹਨੀ ਆ। ਕੀ ਬਣਨਾ ਕਿ ਮੈਂ ਵੱਡਾ ਜੱਜ ਬਣਨਾ ਚਾਹੁੰਦੀ ਆ। ਮੈਨੂੰ ਪੜ੍ਹਾਈ ਕਰਨ ਦਾ ਬੜਾ ਹੀ ਸ਼ੌਂਕ ਹੈ। ਮੇਰੇ ਪਾਪਾ ਜੀ ਬਹੁਤ ਗਰੀਬ ਨੇ, ਇਸ ਕਰਕੇ ਮੇਰੀ ਫੀਸ ਨਹੀਂ ਭਰ ਸਕਦੇ। ਇਸ ਕਰਕੇ ਮੈਂ ਕਿਵੇਂ ਪੜ੍ਹਾਂ, ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਰਾਤ ਨੂੰ ਲਾਈਟ ਨਹੀਂ ਹੁੰਦੀ, ਮੱਛਰ ਬੜਾ ਖਾਂਦਾ ਹੈ, ਅਸੀਂ ਮਸੇ ਸੌਂਏਗਾ। ਰਾਤ ਨੂੰ ਪੜ੍ਹਾਈ ਕਿਸ ਤਰੀਕੇ ਨਾਲ ਕਰਦੇ ਹੋ ਫਿਰ? ਕਿਉਂਕਿ ਸਰਕਾਰ ਤਾਂ ਕਹਿੰਦੀ ਆਨਲਾਈਨ ਪੜ੍ਹਾਈ ਕਰਨੀ ਹੈ, ਹੁਣ ਨਾ ਤੁਹਾਡੇ ਕੋਲ ਮੋਬਾਈਲ ਹੈਗਾ, ਨਾ ਘਰ ਵਿੱਚ ਲਾਈਟ ਹੈ, ਕਿਵੇਂ ਪੜ੍ਹਾਈ ਕਰਦੇ ਹੋ? ਅਸੀਂ ਮੋਮਬੱਤੀ ਲਗਾ ਕੇ ਪੜ੍ਹਾਈ ਕਰ ਲਈ ਹੈ, ਨਾ ਲਾਈਟ ਨਹੀਂ ਹੈਗੀ। ਤੇ ਕੀ ਬਣਨਾ ਅੱਗੇ ਹੁਣ ਪੜ੍ਹ ਕੇ? ਅਸੀਂ ਵੱਡਾ ਜੱਜ ਬਣਨਾ ਚਾਹੁੰਦੇ ਹਾਂ। ਹਾਂਜੀ। ਤੁਸੀਂ ਕੀ ਕੰਮ ਕਰਦੇ ਹੋ? ਅਸੀਂ ਦਿਹਾੜੀ ਦੱਪਾ ਕਰੀਦਾ, ਬਾਹਰ ਦੇ ਖੇਤਾਂ ਵਿੱਚ ਕੰਮ ਕਰੀਦਾ। ਕਦੀ ਲੱਗਦੀ ਆ, ਕਦੀ ਨਹੀਂ ਲੱਗਦੀ, ਕਦੀ ਜਾਈਦਾ, ਕਦੀ ਨਹੀਂ ਜਾਈਦਾ। ਤੁਹਾਡੀ ਭੈਣ ਜੱਜ ਬਣਨਾ ਚਾਹੁੰਦੀ ਹੈ, ਉਸ ਵਾਸਤੇ ਤੁਸੀਂ ਸਾਰਾ ਕੁਝ ਕਰ ਰਹੇ ਹੋ ਤਾਂ ਕਿ ਇਹ ਪੜ੍ਹ ਲਿਖ ਜਾਵੇ। ਹਾਂ। ਕਦੇ ਮਨ ਵੀ ਚਾਹੁੰਦਾ ਹੈ ਵੀ ਹਾਂ ਤੁਹਾਡੇ ਮਦਰ ਹੁੰਦੇ ਤਾਂ ਹੋਰ ਵੀ ਕੁਝ ਚੰਗਾ ਹੁੰਦਾ, ਹੋਰ ਜਿਆਦਾ ਸਾਰਾ ਲੱਗਣਾ ਸੀਗਾ? ਹਾਂ, ਲੱਗਦਾ ਕਦੀ। ਤੁਹਾਡੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਹਮੇਸ਼ਾ ਕੰਮ ਕਰਦੇ ਹਾਂ, ਗਰੀਬਾਂ ਲਈ ਕੰਮ ਕਰਦੇ ਹਾਂ, ਕੋਈ ਵੀ ਲੀਡਰ ਹੈ, ਸਰਕਾਰ ਹੈ, ਪ੍ਰਸ਼ਾਸਨ ਹੈ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਅਸਲ ਤਸਵੀਰ ਤੁਹਾਡੇ ਰਾਹੀਂ ਦੇਖ ਰਹੇ ਨੇ ਉਹ ਵੀ ਕਿ ਕੀ ਹਾਲਾਤ ਨੇ। ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਅਸਲ ਵਜ੍ਹਾ ਕਿੱਥੇ ਹੈ, ਕਿੱਥੇ ਕਮੀ ਰਹਿ ਗਈ ਜਿਹਦੇ ਕਰਕੇ ਅੱਜ ਆਹ ਦਿਨ ਦੇਖਣੇ ਪੈ ਰਹੇ ਨੇ? ਬਸ ਕਮੀ ਆਈ ਆ ਗਰੀਬੀ ਘਰ 'ਚ, ਵੀ ਕਿਵੇਂ ਗੁਜ਼ਾਰਾ ਕਰਾਂਗੇ। ਬਹੁਤ ਚਿੰਤਾ ਹੁੰਦੀ ਹੈ। ਬੜੀ ਚਿੰਤਾ। ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਬੱਚੇ ਨੇ, ਛੋਟੇ ਛੋਟੇ ਨੇ ਫਿਲਹਾਲ। ਇਹ ਬੱਚੀ ਪੜ੍ਹਾਈ ਕਰ ਰਹੀ ਹੈ ਤੇ ਦੂਜੀ ਬੱਚੀ ਇਹਨੂੰ ਪੜ੍ਹਾਉਣ ਲਈ ਆਪਦੇ ਪਿਤਾ ਦਾ ਹੱਥ ਵੰਡੋ ਰਹੀ ਹੈ, ਉਸ ਦੇ ਨਾਲ ਮਿਹਨਤ ਕਰ ਰਹੀ ਹੈ। ਤਾਂ ਸਵਾਲ ਜ਼ਰੂਰ ਨੇ ਕਿ ਸਰਕਾਰਾਂ ਤਮਾਮ ਦਾਅਵੇ ਕਰਦੀ ਹੈ, ਰੋਜ਼ਗਾਰ ਦੇ ਦਾਅਵੇ ਕਰਦੀ ਹੈ, ਫਰੀ ਸਿੱਖਿਆ ਦੇ ਦਾਅਵੇ ਕਰਦੀ ਹੈ, ਅਤੇ ਬਿਜਲੀ ਦੀ ਗੱਲ ਕੀਤੀ ਜਾਂਦੀ ਹੈ ਕਿ ਗਰੀਬਾਂ ਨੂੰ ਕਿਸੇ ਵੀ ਹਾਲ ਵਿੱਚ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਤਾਂ ਜਦੋਂ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਤਾਂ ਸਰਕਾਰਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ। ਫਿਲਹਾਲ ਤੁਸੀਂ ਘਰ ਦਾ ਹਾਲ ਵੀ ਦੇਖ ਲਿਆ ਕਿ ਇਹਨਾਂ ਦੇ ਘਰ ਦਾ ਹਾਲ ਕੀ ਹੈ। ਇਹਨਾਂ ਦਾ ਘਰ ਵੀ ਸੋਚਿਆ ਲਿਆ ਹੈ, ਬੱਚੇ ਵੱਡੇ ਹੋ ਰਹੇ ਆ, ਪਿਤਾ ਨੂੰ ਚਿੰਤਾ ਹੈਗੀ ਹੈ ਉਹਨਾਂ ਦੀ, ਮਾਤਾ ਦਾ ਸਾਇਆ ਸਿਰ 'ਤੇ ਨਹੀਂ ਹੈ। ਤਾਂ ਨਾ ਤਾਂ ਕਿਸੇ ਲੀਡਰ ਨੇ ਅਤੇ ਨਾ ਹੀ ਕਿਸੇ ਸਰਕਾਰੀ ਅਧਿਕਾਰੀ ਨੇ ਇਹਨਾਂ ਦੀ ਬਾਂਹ ਫੜੀ ਹੈ। ਜੋ ਕਹਿੰਦੇ ਨੇ ਕਿ ਅਸੀਂ ਯੋਜਨਾਵਾਂ ਲਾਗੂ ਕਰ ਰਹੇ ਹਾਂ, ਤਾਂ ਤਮਾਮ ਯੋਜਨਾਵਾਂ ਜੋ ਨੇ ਇੱਥੇ ਆ ਕੇ ਫੇਲ ਹੁੰਦੀਆਂ ਦਿਖਾਈ ਦਿੰਦੀਆਂ ਨੇ। ਜਦੋਂ ਇੱਕ ਸਰਹੱਦੀ ਇਲਾਕਾ ਹੋਵੇ, ਮਹਿਜ ਹਿੰਦੁਸਤਾਨ ਪਾਕਿਸਤਾਨ ਬਾਰਡਰ ਤੋਂ ਕੁਛ ਹੀ ਦੂਰੀ 'ਤੇ ਪਿੰਡ ਵਿੱਚ ਇਹ ਲੋਕ ਉਸ ਰੇਲਵੇ ਟਰੈਕ ਦੇ ਕੋਲੇ ਰਹਿ ਰਹੇ ਨੇ, ਜੋ ਰੇਲਵੇ ਟਰੈਕ ਜਾ ਕੇ ਹਿੰਦੁਸਤਾਨ ਦੇ ਬਾਰਡਰ 'ਤੇ ਖਤਮ ਹੋ ਜਾਂਦੀ ਹੈ। ਉਸੇ ਤਰੀਕੇ ਨਾਲ ਇਹ ਪਰਿਵਾਰ ਵੀ ਮਜਬੂਰਨ ਅੱਜ ਇਹ ਗੱਲ ਕਹਿਣ ਲਈ ਮਜਬੂਰ ਹੋ ਰਿਹਾ ਹੈ ਕਿ ਜੇਕਰ ਕੋਈ ਸਾਡਾ ਸਾਥ ਨਹੀਂ ਦੇ ਰਿਹਾ ਤਾਂ ਸਾਨੂੰ ਆਪਣੀ ਜ਼ਿੰਦਗੀ ਖਤਮ ਕਰਨ ਵਿੱਚ ਵੀ ਕੋਈ ਗੁਰੇਜ਼ ਨਹੀਂ ਹੈ। ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀ ਜੋ ਨੇ ਗੱਲਬਾਤ ਉਹਨਾਂ ਨਾਲ ਵੀ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਸ ਪੂਰੇ ਮਾਮਲੇ 'ਤੇ ਉਹਨਾਂ ਦਾ ਕੀ ਕੁਝ ਕਹਿਣਾ ਹੈ। फिरोजपुर तो कैमरा पर्सन राजेश बागड़ी के साथ सूरज प्रकाश, दैनिक सवेरा टीवी। क्या है परेशान? क्या आपकी समस्या का हल नहीं हो पा रहा? तो निराश ना हो। 17 बार गोल्ड मेडलिस्ट मियां रफीक मोहम्मद, जिनके पास है आपकी हर समस्या का हल, चाहे वो बिजनेस से रिलेटेड हो या फिर हो करियर से रिलेटेड।
या फिर हो लव रिलेशनशिप, आपकी समस्या का हल होगा 31 घंटों में। फिर देर किस बात की, स्क्रीन पे दिए गए नंबर्स के ऊपर कॉल करो और अपनी समस्या का हल जल्द से जल्द पाएं। ਸਿਆਸਤ ਵਪਾਰ ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।